नमस्कार, ओम शांति, सत श्री अकाल। करता पुरख 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਫਿਰ ਤੁਹਾਡੇ ਵਰਗੋ ਕੁਝ ਅਸੀਂ ਪ੍ਰਸ਼ਨ ਲੈ ਕੇ ਆਏ ਤੇ ਨਾਲੇ ਉੱਤਰ ਦੇਣੇ ਵਾਸਤੇ ਸਾਡੇ ਵਰਗੋ ਬੈਠੇ ਹੋਏ ਸਾਡੇ ਭਰਾਤਾ ਨਿਰਵੈਰ ਭਾਈ ਸਾਹਿਬ, ਜਿਹੜੇ ਬ੍ਰਹਮਾ ਕੁਮਾਰੀ ਸੰਸਥਾ 'ਚ ਇੱਦਾਂ ਬੋਲ ਸਕਦੇ ਕਿ ਸਮਰਪਿਤ ਰੂਪ 'ਤੇ ਸੇਵਾएं ਦਿੰਦੇ ਆਏ। ਆइए स्वागत करते हैं ਸਾਡੇ ਨਿਰਵੈਰ ਭਾਈ ਸਾਹਿਬ ਦਾ। ਭਾਈ ਸਾਹਿਬ, ਕਰਤਾ ਪੁਰਖ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। सत श्री अकाल। सत श्री अकाल भाजी। ओम शांति। हाँ जी जी भाजी, मुरली ਜਾਂਦਾ क्षमा पर फिदा होण वास्ते सच्चे परवाने ਦੀ ਨਿਸ਼ਾਨੀ ਕੀ ਹੋਣੀ ਚਾਹੀਦੀ? ਮੁਰਲੀ 'ਚ ਸ਼ਾਰਟ ਹੀ ਆਂਦਾ, ਲੇਕਿਨ ਥੋੜਾ ਵਿਸਤਾਰ 'ਚ ਤੁਹਾਡੇ ਵਰਗੋ ਅਸੀਂ ਸੁਣੂਗੇ ਤਾਂ ਸ਼ਾਇਦ ਅਨੁਭਵ ਹੋਰ ਜ਼ਿਆਦਾ ਅੱਛਾ ਹੋਊਗਾ। मुरली च क्षमा जी भाई साहब, किस नू कहंदे आ? क्षमा पर फिदा होने वाला नहीं, शिव बाबा। शिव बाबा, शिव बाबा, परमात्मा, परमात्मा। वाहेगुरु। जी जी अगर ये पता लगे कि वो सानू सच्ची राह ते चलण वास्ते, ईश्वरी ज्ञान देण वास्ते स्वयं आकर के साडे सामने उपस्थित हुंदे है, जी ते सब तो पहली गल है कि इहदा ते बहुत ही दिल च फखर चाहिदा, बड़ी खुशी चाहिदी जी जी कि साडी कई जन्मां दी आश पूरी हो रही है कि स्वयं पिता परमात्मा वाहेगुरु साडे सन्मुख आकर के मिल रहा है। तो ये गल जिहड़ी है पहले तो इहदा निश्चय चाहिदा। निश्चय तो बाद है फिर फिदा होने की गल। जी क्षमा ते फिदा परवाना हुंदा ही किस वास्ते? वो ये नहीं सोचता कि उसकी जान नू की होएगा। ਉਹਨੂੰ सारी ਜਿਹੜੀ आकर्षण हैगी है वो क्षमा दी हैगी, लाइट दी। जी ते इसे तरह ही अगर असी जीवात्मा इस चीज़ नू अच्छी तरह पहचान जाइए कि सानू ज्ञान देन वाला कौन है। अगर ये निश्चय बैठ जाए कि स्वयं परम पिता परमात्मा वाहेगुरु इस सृष्टि ते आ करके अपने साकार माध्यम दे द्वारा सानू वो ज्ञान दे रहे ने जिस ज्ञान दे बारे च कहा जाता है ज्ञान बिन गति नहीं। जी तो जिस ज्ञान नाल साडी गति सदगति हुंदी है, सानू मुक्ति जीवन मुक्ति मिलती है, जिहदे वास्ते असी जन्म जन्मांतर प्रार्थना करते रहे हैं, अरदास करते रहे हैं। अगर सानू वो सहज ज्ञान और सहज राजयोग की शिक्षा अज मिल रही है और उन्होंने अच्छी तरह जानन तो बाद दिल चाहुंदा ही कि असी क्यों नहीं उस पिता परमात्मा ते पूरा निश्चय रखिए। फिदा होने का मतलब होर कुछ नहीं है, कोई अपनी जान गंवाउण दी गल नहीं है, लेकिन एक निश्चय बुद्धि हो कर के उन्हां दी जिहड़ी आग्या है कि अपने जीवन नू तुसी अच्छा बनाओ, श्रेष्ठ बनाओ, पवित्र बनाओ, तो वो अगर असी उहदे वास्ते तैयार हो जाइए
ਤੇ ਇਹ ਤੋਂ ਵੱਡੀ ਕੋਈ ਹੋਰ ਗੱਲ ਹੋ ਨਹੀਂ ਸਕਦੀ। ਜੀ ਭਾਜੀ, ਬਾਬਾ ਬੋਲਦੇ ਕਿ ਤੁਸੀਂ ਬੱਚਿਆਂ ਦੀ ਕਮਾਈ ਅਖੁੱਟ ਤੇ ਅਵਿਨਾਸ਼ੀ ਹੋਣੀ ਚਾਹੀਦੀ, ਤਾਂ ਉਹ ਅਖੁੱਟ ਔਰ ਅਵਿਨਾਸ਼ੀ ਕਿੱਦਾਂ ਕਰੀਏ? ਈਸ਼ਵਰੀ ਗਿਆਨ ਉਹਦੇ ਵਿੱਚ ਗਿਆਨ ਦੀ ਗੱਲਾਂ ਵੀ ਹਨ। ਜੀ ਹੁਣ ਗਿਆਨ ਕੋਈ ਸਹਿਜ ਨਹੀਂ ਹੁੰਦਾ ਜੀ। ਪਰਮਾਤਮਾ ਦੇ ਬਾਰੇ 'ਚ ਗਿਆਨ, ਸ੍ਰਿਸ਼ਟੀ ਦੇ ਚੱਕਰ ਦੇ ਬਾਰੇ 'ਚ ਗਿਆਨ, ਕਰਮ ਦੀ ਗਹਿਨ ਗਤੀ ਦੇ ਬਾਰੇ 'ਚ ਗਿਆਨ, ਆਤਮਾ ਦੇ ਮੁਕਤੀ, ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ ਜੋ ਪੁਰਸ਼ਾਰਥ ਹੈ ਉਸ ਦਾ ਗਿਆਨ। ਤੇ ਉਹ ਗਿਆਨ ਜਿਹੜਾ ਹੀ ਉਹ ਪਹਿਲੇ ਸਾਡੇ ਸਮਝ 'ਚ ਆਉਣਾ ਚਾਹੀਦਾ, ਕਿਉਂਕਿ ਗਿਆਨ ਯੁਕਤ ਸਮਝ ਉਹਦੀ ਬੜੀ ਮਹਿਮਾ ਹੀ ਗੁਰਬਾਣੀ 'ਚ ਵੀ ਬਹੁਤ ਹੈ, ਗਿਆਨੀ ਤੋਂ ਆਤਮਾ ਦੇ ਬਾਰੇ 'ਚ। ਤੇ ਇਸ ਕਰਕੇ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਜੀ। ਔਰ ਫਿਰ ਉਸ ਤੋਂ ਬਾਅਦ ਹੈ ਕਿ ਸਾਨੂੰ ਘਰ ਬੈਠੇ ਨਾ ਤੁਸੀਂ ਕਿਤੇ ਲੰਬੀ ਲੰਬੀ ਯਾਤਰਾ ਕਰਨ ਜਾ ਰਹੇ ਹੋ, ਨਾ ਕਿਤੇ ਤੁਸੀਂ ਖਾਸ ਪੂਜਾ ਪਾਠ ਵਾਸਤੇ ਜਾ ਰਹੇ ਹੋ, ਘਰ ਬੈਠੇ ਵੀ ਉਸ ਪਰਮਾਤਮਾ ਪਿਤਾ ਦੇ ਨਾਲ, ਵਾਹਿਗੁਰੂ ਦੇ ਨਾਲ ਆਪਣਾ ਨਾਂ, ਆਪਣਾ ਮਨ ਜੋੜਨਗੇ ਹੋ ਤੇ ਤੁਹਾਨੂੰ ਪ੍ਰਾਪਤੀ ਪ੍ਰੈਕਟੀਕਲ ਫੀਲ ਹੋਏਗੀ। ਔਰ ਫਿਰ ਈਸ਼ਵਰੀ ਗਿਆਨ ਜਿਹੜਾ ਹੀ ਉਹਨੂੰ ਅਗਰ ਤੁਸੀਂ ਗਹਿਰਾਈ 'ਚ ਸਮਝਣਗੇ ਹੋ ਔਰ ਉਸ ਨੂੰ ਆਪਣੇ ਜੀਵਨ 'ਚ ਲਿਆਉਣਗੇ ਹੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹਦਾ ਫਾਇਦਾ ਕੀ ਹੈ। ਤੁਸੀਂ ਕਿਤਨੇ ਖਰਚ ਕੀਤੇ ਹੋਣਗੇ ਯਾਤਰਾ 'ਚ, ਹੋਰ ਕਿਤਾਬਾਂ ਖਰੀਦਣ 'ਚ, ਦਾਨ ਪੁੰਨ ਕਰਨ 'ਚ ਬਹੁਤ ਕੀਤਾ ਹੋਏਗਾ, ਲੇਕਿਨ ਹੁਣ ਤੁਹਾਨੂੰ ਘਰ ਬੈਠੇ ਬਿਨਾਂ ਕੋਈ ਖਰਚ ਕੀਤੇ ਲੇਕਿਨ ਅਮੁੱਲ ਗਿਆਨ ਮਿਲ ਰਿਹਾ। ਈਸ਼ਵਰੀ ਗਿਆਨ ਅਮੁੱਲ, ਉਹਦਾ ਕੋਈ ਮੁੱਲ ਨਹੀਂ ਕਹਿ ਸਕਦਾ। ਇਤਨੀ ਉਹ ਸਾਡੇ ਜੀਵਨ ਨੂੰ ਬਦਲ ਦਿੰਦਾ ਹੀ ਗਿਆਨ। ਸਾਡਾ ਜੀਵਨ ਆਹਿਸਤਾ ਆਹਿਸਤਾ, ਮੈਂ ਨਹੀਂ ਕਹਿੰਦਾ ਇੱਕ ਦਿਨ 'ਚ ਸਾਰਾ ਹੋ ਜਾਏਗਾ, ਆਹਿਸਤਾ ਆਹਿਸਤਾ ਸਾਡਾ ਧਿਆਨ ਖਿਚਾਉਂਦਾ ਹੀ ਕਿ ਅਸੀਂ ਅੱਛੇ ਕਿਸ ਤਰ੍ਹਾਂ ਬਣੀਏ, ਅੱਛੇ ਇਨਸਾਨ ਕਿਸ ਤਰ੍ਹਾਂ ਬਣੀਏ। ਅੱਛਾ ਇਨਸਾਨ ਬਣਦੇ ਤੁਸੀਂ ਦੇਵਤਾ ਬਣ ਸਕਦੇ ਹੋ, ਜਿਹਦੇ ਵਾਸਤੇ ਗੁਰਬਾਣੀ 'ਚ ਕਿਹਾ ਜਾਂਦਾ ਹੈ ਮਾਨੁਸ਼ ਤੇ ਦੇਵਤਾ ਕੀਏ, ਕਰਤ ਨਾ ਲਾਗੇ ਵਾਰ। ਲੇਕਿਨ ਇਸ ਗੱਲ ਨੂੰ ਪੜ੍ਹਦੇ ਜ਼ਰੂਰ ਹੈ ਅਸੀਂ, ਲੇਕਿਨ ਕਦੀ ਉਹਦੀ ਗਹਿਰਾਈ 'ਚ ਨਹੀਂ ਜਾਂਦੇ। ਹੁਣ ਸਾਨੂੰ ਉਹਦੀ ਸਮਝ ਆਈ ਹੈ ਥੋੜ੍ਹੀ ਜਿਹੀ ਕਿ ਅਸੀਂ ਈਸ਼ਵਰੀ ਗਿਆਨ ਨੂੰ ਆਪਣੇ ਪ੍ਰੈਕਟੀਕਲ ਲਾਈਫ 'ਚ ਲਿਆਈਏ ਤਾਂ ਉਹਦੀ ਵੈਲਿਊ ਪਤਾ ਲੱਗਦੀ। ਜਿਸ ਤਰ੍ਹਾਂ ਤੁਹਾਨੂੰ ਕਦੀ ਬਾਈ ਚਾਂਸ ਜ਼ੁਕਾਮ ਹੋ ਜਾਂਦਾ, ਖਾਂਸੀ ਹੋ ਜਾਂਦੀ ਹੈ, ਬੁਖਾਰ ਹੋ ਜਾਂਦਾ ਹੈ, ਅਤੇ ਤੁਸੀਂ ਡਾਕਟਰ ਨੂੰ ਜਾ ਕਰਕੇ ਮਿਲਦੇ ਹੋ। ਡਾਕਟਰ ਤੁਹਾਡਾ ਟੈਂਪਰੇਚਰ ਦੇਖਦਾ ਹੈ, ਪਲਸ ਦੇਖਦਾ ਹੈ, ਬਲੱਡ ਟੈਸਟ ਵੀ ਕਰਾ ਲੈਂਦਾ ਹੈ, ਔਰ ਉਹਦੇ ਹਿਸਾਬ ਨਾਲ ਤੁਹਾਨੂੰ 5 ਦਿਨ ਦੀ ਦਵਾਈ ਦਿੰਦਾ ਹੈ, 7 ਦਿਨ ਦੀ ਦਵਾਈ ਦਿੰਦਾ ਹੈ। ਅਤੇ ਤੁਸੀਂ ਅਗਰ ਦਵਾਈ ਲੈਣਗੇ ਹੋ ਤਾਂ ਹੀ ਤਾਂ ਫਾਇਦਾ ਹੋਏਗਾ। ਦਵਾਈ ਲਓ ਨਹੀਂ ਔਰ 7 ਦਿਨ ਤੋਂ ਬਾਅਦ ਫਿਰ ਡਾਕਟਰ ਕੋਲ ਜਾਣਗੇ ਹੋ ਅਤੇ ਕਹਿਣਗੇ ਡਾਕਟਰ ਸਾਹਿਬ ਅਜੇ ਤਾਈਂ ਤਾਂ ਕੋਈ ਫਾਇਦਾ ਹੋਇਆ ਨਹੀਂ। ਅਤੇ ਇਸ ਕਰਕੇ ਜੋ ਤੁਸੀਂ ਈਸ਼ਵਰੀ ਗਿਆਨ ਔਰ ਸਹਿਜ ਰਾਜ ਯੋਗ ਜਾਂ ਦੈਵੀ ਗੁਣਾਂ ਦੀ ਧਾਰਨਾ ਦੀਆਂ ਗੱਲਾਂ ਗੁਰਬਾਣੀ 'ਚ ਸੁਣਦੇ ਹੋ ਜਾਂ ਬਾਬਾ ਦੇ ਮੁਰਲੀ 'ਚ ਸੁਣਦੇ ਹੋ, ਉਹਨੂੰ ਆਪਣੇ ਜੀਵਨ 'ਚ ਅਪਲਾਈ ਕਰਕੇ ਲਿਆ ਕਰਕੇ ਆਪਣੇ ਜੀਵਨ 'ਚ ਕੁਛ ਪਰਿਵਰਤਨ ਕਰਕੇ ਦੇਖੋ।
ਦੇਖੋ ਕਿਆ ਉਹਦਾ ਸੁੱਖ ਮਿਲਦਾ ਈ, ਕਿਤਨਾ ਆਨੰਦ ਮਿਲਦਾ ਈ, ਤਾਂ ਹੀ ਉਹਦੀ ਵੈਲਿਊ ਦਾ ਪਤਾ ਲੱਗਦਾ ਈ। ਜੀ ਹਾਂਜੀ। ਜ਼ਰੂਰ। ਭਾਜੀ ਇੱਕ ਮਾਤਾ ਫੋਨ ਕਰਦੇ, ਉਹ ਬੋਲਦੇ ਕਿ ਮੈਂ ਬਜ਼ੁਰਗ ਵੀ ਹੈ ਤਾਂ ਗਿਆਨ 'ਚ ਹਾਲੇ ਮੈਨੂੰ ਆਏ ਹੋਏ 1 ਜਾਂ 1.5 ਸਾਲ ਹੀ ਹੋਇਆ, ਤਾਂ ਉਹ ਬੋਲਦੀ ਮੈਂ ਅਨਪੜ੍ਹ ਵੀ ਹੈ, ਤਾਂ ਮੈਂ ਕਿਸ ਆਧਾਰ 'ਚ ਮੈਂ ਸੇਵਾ ਕਰ ਸਕਦੀ? ਅਨਪੜ੍ਹ ਹੈ, ਬਜ਼ੁਰਗ ਹੈ, ਜੀ ਮਾਤਾ ਜੀ ਹੈ, ਤੇ ਇਹ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ, ਕਿਉਂਕਿ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨਾ, ਤੇ ਜਿਸ ਤਰ੍ਹਾਂ ਸਲੇਟ 'ਤੇ ਤੁਸੀਂ ਪਹਿਲੇ ਬਹੁਤ ਕੁਝ ਲਿਖਦੇ ਹੋ, ਫਿਰ ਉਹਦੇ 'ਤੇ ਨया ਲਿਖਣਾ ਹੀ ਤੇ ਪਹਿਲੇ ਵਾਲੇ ਨੂੰ ਸਾਫ਼ ਕਰਨਾ ਪਏਗਾ, ਪੋਚਣਾ ਪਏਗਾ, ਹਟਾਉਣਾ ਪਏਗਾ। ਤੇ ਮਾਤਾ ਜੀ ਤੁਸੀਂ ਤਾਂ ਬੜੇ ਹੀ ਖੁਸ਼ਕਿਸਮਤ ਹੈਗੇ ਹੋ, ਤੁਹਾਡੀ ਸਲੇਟ ਤੇ ਬਿਲਕੁਲ ਸਾਫ਼ ਹੈ, ਬੁੱਧੀ 'ਚ ਹੋਰ ਕੋਈ ਗੱਲ ਹੀ ਨਹੀਂ ਹੈ। ਤੇ ਸਭ ਤੋਂ ਵੱਡੀ ਸੇਵਾ ਹੀ ਸ਼ਿਵ ਬਾਬਾ ਦੇ ਨਾਲ ਮਨ ਲਗਾਉਣਾ, ਉਸ ਨੂੰ ਯਾਦ ਕਰਨਾ ਔਰ ਯਾਦ ਕਰਕੇ ਖੁਸ਼ ਰਹਿਣਾ, ਔਰ ਉਹ ਖੁਸ਼ੀ ਤੁਹਾਡੀ ਦੇਖ ਕਰਕੇ ਦੂਸਰੇ ਵੀ ਖੁਸ਼ ਹੋਣਗੇ, ਜਿਹਨੂੰ ਬਾਬਾ ਕਹਿੰਦੇ ਆ ਕਿ ਤੁਸੀਂ ਖੁਸ਼ ਰਹੋ ਔਰ ਖੁਸ਼ੀ ਵੰਡਦੇ ਰਹੋ। ਹੁਣ ਇਹਦੇ ਵਿੱਚ ਤੇ ਕੋਈ ਡਿਗਰੀਆਂ ਲੈਣ ਦੀ ਕੋਈ ਗੱਲ ਨਹੀਂ ਹੈ, ਕੁਛ ਨਹੀਂ ਹੈ। ਤੁਸੀਂ ਪਿਆਰ ਨਾਲ ਬੱਚਿਆਂ ਨੂੰ ਕੁਛ ਸਮਝਾਉਣਗੇ ਉਹ ਤੇ ਬੱਚੇ ਖੁਸ਼ ਹੋਣਗੇ, ਵੱਡੇ ਹੈ ਤੇ ਉਹਨਾਂ ਨੂੰ ਵੀ ਪਿਆਰ ਨਾਲ ਕੋਈ ਗੱਲ ਦੱਸਣਗੇ ਉਹ ਤੇ ਉਹ ਵੀ ਤੁਹਾਨੂੰ ਰਿਸਪੈਕਟ ਦੇਣਗੇ। ਔਰ ਇਸੇ ਤਰ੍ਹਾਂ ਇਹ ਬਹੁਤ ਵੱਡੀ ਸੇਵਾ ਹੈ। ਸਾਡੇ ਸਾਹਮਣੇ ਤੇ ਦੇਖੋ ਇਤਨੀ ਵੱਡੀ ਐਗਜ਼ਾਮਪਲ ਸਾਡੀ ਦਾਦੀ ਜਾਨਕੀ 104 ਸਾਲ ਦੀ ਹੋ ਕਰਕੇ ਉਹਨਾਂ ਨੇ ਸਰੀਰ ਛੱਡਿਆ, ਲੇਕਿਨ ਅੰਤ ਦਮ ਤਾਈਂ ਉਹ ਸੇਵਾ ਕਰਦੇ ਰਹੇ। ਔਰ ਉਹ ਪੜ੍ਹੇ ਹੋਏ ਕਿੰਨੇ ਸੀ, ਖੁਦ ਕਹਿੰਦੀ ਸੀ ਮੈਂ ਤੇ 4ਥੀ ਕਲਾਸ ਤਾਈਂ ਪੜ੍ਹੀ ਸੀ, 4ਥੀ ਕਲਾਸ, ਉਹ ਵੀ ਸਿੰਧੀ ਸਕੂਲ 'ਚ, ਕਿਉਂਕਿ ਉਹ ਹੈਦਰਾਬਾਦ ਸਿੰਧ ਦੇ ਰਹਿਣ ਵਾਲੇ ਸੀ। ਲੇਕਿਨ ਜਦੋਂ ਉਹਨਾਂ ਨੇ ਈਸ਼ਵਰੀ ਗਿਆਨ ਔਰ ਸਹਿਜ ਰਾਜ ਯੋਗ ਜੋ ਬਾਬਾ ਮੁਰਲੀ ਦੇ ਦੁਆਰਾ ਸਾਰੀ ਸਿੱਖਿਆ ਦਿੰਦਾ ਹੀ, ਉਹਨੂੰ ਅੱਛੀ ਤਰ੍ਹਾਂ ਅਧਿਐਨ ਕੀਤਾ, ਆਪਣੇ ਜੀਵਨ 'ਚ ਲਿਆ ਕਰਕੇ ਦੇਖਿਆ ਕਿ ਇਤਨਾ ਇਹਦੇ ਨਾਲ ਆਤਮਾ ਨੂੰ ਸੁੱਖ ਮਿਲਦਾ ਹੀ, ਇਤਨਾ ਆਂਤਰਿਕ ਸ਼ਾਂਤੀ ਮਿਲਦੀ ਹੈ, ਤੇ ਉਹਨਾਂ ਨੇ ਆਪਣੇ ਉਸ ਅਭਿਆਸ ਨੂੰ ਹੋਰ ਵਧਾਇਆ। ਉਹਦੇ ਵਾਸਤੇ ਖਾਸ ਟਾਈਮ ਨਿਕਾਲ ਕਰਕੇ ਸ਼ਿਵ ਬਾਬਾ ਦੇ ਨਾਲ ਮਨ ਲਗਾ ਕਰਕੇ ਘੰਟੋਂ ਘੰਟੋਂ ਬਿਤਾਏ, ਔਰ ਉਹਦੀ ਰਿਜ਼ਲਟ ਮਿਲੀ ਕਿ ਉਹਨਾਂ ਦੇ ਆਤਮਾ 'ਚ ਉਹ ਸ਼ਕਤੀ ਆ ਗਈ, ਉਹ ਆਤਮਾ ਬੜੀ ਸ਼ਕਤੀਸ਼ਾਲੀ ਬਣ ਗਈ। ਔਰ ਉਹਦੇ ਨਾਲ ਨਾਲ ਬਾਬਾ ਦੇ ਜਿਹੜੇ ਮਹਾਵਾਕਿਆ ਮੁਰਲੀ ਆ ਜਿਹੜੀ ਤੁਸੀਂ ਸੁਣਦੇ ਹੋ ਰੋਜ਼, ਮੁਰਲੀ ਨੂੰ ਅੱਛੀ ਤਰ੍ਹਾਂ ਨਾਲ ਪੜ੍ਹ ਕਰਕੇ ਉਹਦੀ ਗਹਿਰਾਈ ਨੂੰ ਸਮਝ ਕਰਕੇ ਆਪਣੇ ਦਿਲ 'ਚ ਵੀ ਰੱਖਣਾ ਔਰ ਦੂਸਰਿਆਂ ਨੂੰ ਵੀ ਦੱਸਣਾ, ਉਹਦੀ ਰਿਜ਼ਲਟ ਹੈ ਕਿ ਸਾਰੀ ਦੁਨੀਆ 'ਚ 140 ਦੇਸ਼ਾਂ 'ਚ ਦਾਦੀ ਦਾ ਸੇਵਾ ਦਾ ਪਾਰਟ ਰਿਹਾ। ਤੇ ਤੁਸੀਂ ਸੋਚ ਸਕਦੇ ਹੋ ਅਗਰ ਦਾਦੀ ਇਤਨਾ ਕਰ ਸਕਦੀ ਹੈ ਤਾਂ ਤੁਸੀਂ ਨਹੀਂ ਕਰ ਸਕਦੇ। ਚਲੋ ਤੁਸੀਂ ਸਾਰੇ ਦੁਨੀਆ 'ਚ ਨਾ ਜਾਓ, ਆਪਣੇ ਘਰ ਬੈਠੇ ਹੀ ਇਤਨੀ ਸੇਵਾ ਕਰ ਸਕਦੇ ਹੋ। ਜੀ ਬਿਲਕੁਲ। ਹਾਂਜੀ ਭਾਜੀ, ਇਹੜਾ ਕਿਹੜਾ ਸੰਸਕਾਰ ਹੈ ਜਿਹੜਾ ਅਸੀਂ ਆਪਣਾ ਨਿੱਜੀ ਸੰਸਕਾਰ ਬਣਾ ਸਕੀਏ ਤੇ ਸਾਡੀ ਕਲਾ ਜਿਹੜੀ ਹੈ ਉਹ ਉੜਦੀ ਕਲਾ ਹੋ ਸਕੇ? ਨਿੱਜੀ ਸੰਸਕਾਰ ਆਤਮਾ ਦੇ ਵਾਸਤਵਿਕ ਸੁਧਰਮ ਦਾ ਹੈ। ਆਤਮਾ ਦਾ ਸੁਧਰਮ ਪਵਿੱਤਰਤਾ ਹੈ, ਸ਼ਾਂਤੀ ਹੈ, ਪ੍ਰੇਮ ਹੈ। ਤੇ ਕਿਹਾ ਜਾਂਦਾ ਹੀ ਅਗਰ ਤੁਸੀਂ ਆਪਣੇ ਸੁਧਰਮ 'ਚ ਟਿਕੇ ਰਹੋ
ਤੇ ਉਹ ਬਹੁਤ ਸੁੱਖ ਦਿੰਦਾ ਹੀ। ਜੀ ਔਰ ਉਸ ਦੇ ਨਾਲ ਫਿਰ ਉੜਦੀ ਕਲਾ 'ਚ ਜਾਣ ਵਾਸਤੇ ਥੋੜ੍ਹੀ ਤਾਕਤ ਚਾਹੀਦੀ, ਸ਼ਕਤੀ ਚਾਹੀਦੀ ਹੈ। ਤੇ ਪਰਮਾਤਮਾ ਸਰਵ ਸ਼ਕਤੀਵਾਨ ਹੈ, ਉਹਦੇ ਨਾਲ ਪਿਆਰ ਨਾਲ ਗੱਲ ਕਰੋ, ਰੂਹ ਰੂਹਾਨ ਕਰੋ, ਉਹਨਾਂ ਨੂੰ ਆਪਣੇ ਦਿਲ 'ਚ ਬਿਠਾਓ, ਤੁਸੀਂ ਉਹਨਾਂ ਦੇ ਨੈਣਾਂ 'ਚ ਬੈਠ ਜਾਓ ਅਤੇ ਤੁਸੀਂ ਦੇਖੋ ਕਿ ਕਿਤਨਾ ਤੁਹਾਨੂੰ ਜੀਵਨ 'ਚ ਸੁੱਖ ਮਿਲੇਗਾ, ਕਿਤਨਾ ਆਨੰਦ ਮਿਲੇਗਾ, ਅਤੀ ਇੰਦਰੀਏ ਸੁੱਖ ਦੇ ਅਨੁਭਵ 'ਚ ਰਹਿਣਗੇ ਉਹ। ਜੀ ਭਾਜੀ ਜ਼ਰੂਰ। ਭਾਜੀ ਬਾਬਾ ਬੋਲਦੇ ਮੁਰਲੀ 'ਚ ਕਿ ਸਭਸੇ ਬੜਾ ਖਜ਼ਾਨਾ ਜਿਹੜਾ ਗਿਆਨ ਤੇ ਯੋਗ ਦੀ ਪਰਖ ਕਰ ਸਕੇ, ਕਿਹੜਾ ਜਿਹਾ ਖਜ਼ਾਨਾ ਹੋ ਸਕਦਾ ਸਾਡੇ ਕੋਲ ਜੇ ਸਾਨੂੰ ਹੋਣ ਵਾਸਤੇ ਵੀ ਸਾਨੂੰ ਪਤਾ ਨਹੀਂ? ਦੇਖੋ, ਸਾਰੀ ਦੁਨੀਆ 'ਚ ਲੋਕ ਪੈਸੇ ਕਮਾਉਣ ਦੇ ਪਿੱਛੇ ਕਿਤਨਾ ਟਾਈਮ ਦਿੰਦੇ ਆ ਜੀ, ਬਹੁਤ। ਔਰ ਉਹਦਾ ਕਾਰਨ ਕੀ ਹੈ? ਉਹ ਸਮਝਦੇ ਆ ਕਿ ਅਸੀਂ ਜਿਤਨਾ ਧਨ ਕਮਾਵਾਂਗੇ ਤੇ ਸਾਡਾ ਸਟੈਂਡਰਡ ਆਫ ਲਿਵਿੰਗ ਜਿਹੜਾ ਹੀ ਉਹ ਉੱਚਾ ਜਾਏਗਾ। ਉਹਦੇ ਕਾਰਨ ਫਿਰ ਬਹੁਤ ਸਾਰੇ ਦੁਨਿਆਵੀ ਸਾਧਨਾਂ ਦਾ ਉਹਨਾਂ ਦੇ ਕੋਲ ਜਮਾਵੜਾ ਕਰ ਲੈਂਦੇ ਆ। ਜੀ ਬਿਲਕੁਲ। ਫਿਰ ਉਹਨੂੰ ਸੰਭਾਲਣ ਵਾਸਤੇ ਟਾਈਮ ਦਿੰਦੇ ਰਹਿੰਦੇ ਆ, ਨਹੀਂ ਤਾਂ ਮਿੱਟੀ ਪੈਂਦੀ ਰਹੇਗੀ। ਜੀ ਬਿਲਕੁਲ। ਲੇਕਿਨ ਉਹਨਾਂ ਚੀਜ਼ਾਂ ਤੋਂ ਉਹ ਸੁੱਖ ਨਹੀਂ ਮਿਲਦਾ। ਰੂਹਾਨੀਅਤ 'ਚ ਜੋ ਸੁੱਖ ਹੈ ਉਹ ਕੁਛ ਗੱਲ ਹੀ ਦੂਜੀ ਹੈ। ਭਾਵੇਂ ਤੁਸੀਂ ਆਪਣੇ ਦੁਨਿਆਵੀ ਸਾਧਨਾ 'ਚ ਮੌਜ 'ਚ ਰਹੋ, ਕੋਈ ਕੁਛ ਨਹੀਂ ਕਹਿੰਦਾ ਉਹਦੇ ਵਾਸਤੇ, ਲੇਕਿਨ ਈਸ਼ਵਰੀ ਗਿਆਨ ਔਰ ਸਹਿਜ ਰਾਜ ਯੋਗ ਇਸ ਨੂੰ ਥੋੜ੍ਹਾ ਐਕਸਪਲੋਰ ਕਰਕੇ ਦੇਖੋ, ਇਹਦੀ ਗਹਿਰਾਈਆਂ 'ਚ ਜਾ ਕੇ ਦੇਖੋ ਔਰ ਉਹਨੂੰ ਪ੍ਰੈਕਟੀਕਲ ਆਪਣੇ ਜੀਵਨ 'ਚ ਲਿਆ ਕੇ ਦੇਖੋ ਤਾਂ ਤੁਹਾਨੂੰ ਕਿੰਨਾ ਸੁੱਖ ਮਿਲਦਾ ਹੈ। ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸ਼ਿਵ ਬਾਬਾ, ਬ੍ਰਹਮਾ ਬਾਬਾ ਦੁਆਰਾ ਜੋ ਸਾਨੂੰ ਈਸ਼ਵਰੀ ਗਿਆਨ ਸੁਣਾ ਰਹੇ ਹੈ, ਜੋ ਧਾਰਨਾ ਦੀ ਗੱਲਾਂ ਸੁਣਾ ਰਹੇ ਹੈ, ਜੋ ਯੋਗ ਦੇ ਬਾਰੇ ਸੁਣਾ ਰਹੇ ਹੈ, ਉਹ ਇੱਕ ਇੱਕ ਮਹਾਵਾਕਿਆ ਜਿਹੜਾ ਹੀ ਉਹਦੀ ਕਿਤਨੀ ਕੀਮਤ ਹੈ, ਲੱਖਾਂ ਰੁਪਏ ਕੀਮਤ ਹੈ। ਮੈਂ ਤਾਂ ਹੱਸਦੇ ਹੱਸਦੇ ਕਹਿੰਦਾ ਹੀ ਕਿ ਅਸੀਂ ਰੋਜ਼ ਬਾਬਾ ਦੀ ਮੁਰਲੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਅਤੇ ਇੱਕ ਇੱਕ ਮੁਰਲੀ, ਸਾਕਾਰ ਮੁਰਲੀ 'ਚ ਖਾਸ ਕਰ 20-25 ਗੱਲਾਂ ਹੁੰਦੀਆਂ। ਔਰ ਬਾਬਾ ਕਹਿੰਦਾ ਇਹ ਜਿਹੜਾ ਮੈਂ ਤੁਹਾਨੂੰ ਗਿਆਨ ਦੇ ਰਿਹਾ, ਇਹਦੀ ਇੱਕ ਇੱਕ ਗੱਲ ਦੀ ਕੀਮਤ ਲੱਖਾਂ ਰੁਪਏ ਹੈ। ਅਤੇ ਮੈਂ ਤਾਂ ਹੱਸੀ 'ਚ ਕਹਿੰਦਾ ਹੀ ਕਿ ਇਤਨੀ ਕਮਾਈ ਤਾਂ ਕਿਸੇ ਵੱਡੇ ਵੱਡੇ ਸੇਠ ਦੀ ਵੀ ਨਹੀਂ ਹੁੰਦੀ ਹੈ ਜਿੰਨੀ ਬਾਬਾ ਦੇ ਬੱਚੇ ਕਮਾਈ ਕਰ ਰਹੇ ਹੈ। 25 ਪੁਆਇੰਟਸ ਅਗਰ ਜਾਂ 20 ਪੁਆਇੰਟ ਅਗਰ ਮੁਰਲੀ ਦੀਆਂ ਤੁਸੀਂ ਨੋਟ ਕਰ ਲਈਆਂ, ਆਪਣੀ ਡਾਇਰੀ 'ਚ ਲਿਖ ਲਈਆਂ, ਪੜ੍ਹ ਕਰਕੇ ਦਿਮਾਗ 'ਚ ਅੱਛੀ ਤਰ੍ਹਾਂ ਬਿਠਾ ਲਈਆਂ, ਅਤੇ ਦੱਸੋ ਤੁਹਾਡਾ ਕਿੰਨਾ ਖਜ਼ਾਨਾ ਜਮ੍ਹਾਂ ਹੋ ਗਿਆ। 20-25 ਲੱਖ ਇੱਕ ਦਿਨ 'ਚ ਅਗਰ ਜਮ੍ਹਾਂ ਹੋ ਜਾਏ, ਔਰ ਅਗਰ ਤੁਸੀਂ ਦੋਨੋਂ ਟਾਈਮ ਮੁਰਲੀ ਪੜ੍ਹ ਲਈ ਤਾਂ 50 ਲੱਖ ਹੋ ਗਿਆ। ਪ੍ਰਕਾਸ਼ ਮਣੀ ਦਾਦੀ 4 ਵਾਰ ਪੜ੍ਹਦੀ ਸੀ ਅਤੇ 1 ਕਰੋੜ ਹੋ ਗਿਆ, ਅਤੇ ਤੁਸੀਂ ਇੱਕ ਦਿਨ 'ਚ ਹੀ ਕਰੋੜਪਤੀ ਬਣ ਜਾਂਦੇ ਹੋ ਅਗਰ ਇਸ ਤਰ੍ਹਾਂ ਕਰੋ ਤਾਂ। ਲੇਕਿਨ ਇੰਨੀ ਰੁਚੀ ਚਾਹੀਦੀ ਹੈ, ਇਤਨਾ ਪਿਆਰ ਚਾਹੀਦਾ ਬਾਬਾ ਦੇ ਨਾਲ ਔਰ ਬਾਬਾ ਦੀ ਸਿਕਸ਼ਾ ਦੇ ਨਾਲ। ਫਿਰ ਦੇਖੋ ਤੁਸੀਂ ਕੀ ਬਣ ਜਾਣਗੇ ਹੋ, ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਬਣ ਜਾਣਗੇ। ਜੀ ਭਾਜੀ। ਭਾਜੀ ਅਸੀਂ ਜਿੱਦਾਂ ਜਿਹੜੇ ਇਸ ਟਾਈਮ ਸੰਗਮ ਯੁੱਗ 'ਚ ਜਿਹੜੇ ਬ੍ਰਾਹਮਣ ਬਣੇ ਹੋਏ ਬਾਬਾ ਦੇ ਬੱਚੇ, ਉਹਨਾਂ ਸਭ ਦਾ ਕਿਆ ਲਕਸ਼ ਇੱਕ ਹੀ ਹੈ ਜਾਂ ਫਿਰ ਅਲੱਗ-ਅਲੱਗ ਹੋ ਸਕਦਾ? ਕਿਉਂਕਿ ਕੋਈ ਬੋਲਦਾ ਮੈਂ ਸਤਯੁਗ 'ਚ ਜਾਣਾ ਤਾਂ ਮੈਂ ਲਕਸ਼ਮੀ ਨਾਰਾਇਣ ਬਣਨਾ, ਜਾਂ ਫਿਰ ਮੈਂ ਸ਼ਾਂਤੀ ਧਾਮ 'ਚ ਜਾਣਾ, ਸੁਖਧਾਮ 'ਚ ਜਾਣਾ, ਜਾਂ ਅਲੱਗ-ਅਲੱਗ ਲਕਸ਼ ਹੋ ਸਕਦਾ ਜਾਂ ਇੱਕ ਹੀ ਲਕਸ਼ ਹੋ ਸਕਦਾ?
ਔਰ ਅਗਰ ਲਕਸ਼ਯ ਇੱਕ ਹੀ ਹੈ ਤਾਂ ਲਕਸ਼ਯ ਨੂੰ ਪ੍ਰਾਪਤ ਕਰਨੇ ਦੀ ਸਹਿਜ ਵਿਧੀ ਕੀ ਹੋ ਸਕਦੀ? ਦੇਖੋ, ਕਿਸੇ ਯੂਨੀਵਰਸਿਟੀ 'ਚ, ਕਾਲਜ, ਸਕੂਲ 'ਚ ਜਦੋਂ ਬੱਚੇ ਪੜ੍ਹਦੇ ਆ ਤੇ ਉਹਨਾਂ ਦੇ ਸਾਰਿਆਂ ਦੇ ਵਾਸਤੇ ਲਕਸ਼ ਤੇ ਇੱਕ ਹੀ ਹੁੰਦਾ ਇੱਕ ਹੀ ਹੁੰਦਾ। ਲੇਕਿਨ ਜਦੋਂ ਐਗਜ਼ਾਮ ਹੁੰਦਾ ਹੀ ਜੀ ਤੇ ਇਮਤਿਹਾਨ 'ਚ ਜਿਸ ਤਰ੍ਹਾਂ ਦਾ ਕੋਈ ਮਿਹਨਤ ਕਰਕੇ, ਪੜ੍ਹ ਕਰਕੇ, ਰਿਵੀਜ਼ਨ ਕਰਕੇ ਐਗਜ਼ਾਮ ਲਿਖਦੇ ਨੇ, ਉਹਦੇ ਵਿੱਚ ਦੇਖੋ ਤੁਸੀਂ, ਕੋਈ ਫਸਟ ਆਉਂਦਾ ਹੀ, ਕੋਈ ਸੈਕਿੰਡ ਆਉਂਦਾ ਹੀ, ਕੋਈ ਥਰਡ ਆਉਂਦਾ ਹੀ, ਕੋਈ ਫੋਰਥ ਆਉਂਦਾ ਹੀ, ਤੇ ਨੰਬਰਵਾਰ ਇਸ ਤਰ੍ਹਾਂ ਹੀ। ਇਸ ਨੂੰ ਹੀ ਬਾਬਾ ਕਹਿੰਦਾ ਕਿ ਜਿਤਨਾ ਕੋਈ ਈਸ਼ਵਰੀ ਗਿਆਨ ਦੇ ਪੁਰਸ਼ਾਰਥ ਵਾਸਤੇ ਜਿਹੜੇ ਚਾਰ ਸਬਜੈਕਟ ਹੈ, ਈਸ਼ਵਰੀ ਗਿਆਨ, ਸਹਿਜ ਰਾਜ योग, देवे गुणों की धारणा और ईश्वरी सेवा, ये चार सब्जेक्ट्स अगर कोई अच्छे तो अच्छे मार्क्स चारां च ही ले ले तो वो फर्स्ट डिवीजन च आ जाएगा, ਤੇ वो ਗਿਆਨ पास विद ऑनर हो जाएगा, तो फिर नेचुरल है ਉਹਦਾ ਪਦ ਤੇ ਉੱਚਾ ਹੀ ਹੋਏਗਾ ਨਾ। ਇਸ ਸਮੇਂ ਜਿਹੜਾ ਆਉਣੇ ਵਾਲਾ ਸਮੇਂ ਜੇ ਹੋਣਾ, ਉਸ 'ਚ ਗਿਆਨ ਨੂੰ ਪਹਿਲੇ ਅਸੀਂ ਰੱਖੀਏ ਜਾਂ ਯੋਗ ਨੂੰ, ਜਾਂ ਦੋਨੋਂ? ਸਾਥ ਸਾਥ ਹੁੰਦੇ ਆ। ਅੱਛਾ। ਤੁਸੀਂ ਨਈ ਗੱਡੀ ਲਈ ਆ, ਮੈਂ ਸੁਣਿਆ ਉਹਦੇ ਚਾਰੇ ਪਹੀਏ ਇਕੱਠੇ ਇਕੱਠੇ ਚੱਲਦੇ ਆ ਨਾ। ਜੀ। ਇਸੇ ਤਰ੍ਹਾਂ ਹੀ ਅਗਰ ਜਦ ਤੁਸੀਂ ਗਿਆਨ ਕਿਸੇ ਨੂੰ ਵੀ ਨਏ ਵਿਅਕਤੀ ਨੂੰ ਗਿਆਨ ਦਿੰਦੇ ਹੋ ਤੇ ਉਹਨੂੰ ਤੁਸੀਂ ਇਹ ਨਹੀਂ ਕਿ ਇੱਕ ਦਿਨ ਸਿਰਫ ਗਿਆਨ ਸੁਣਾਇਆ ਫਿਰ ਦੂਜੇ ਦਿਨ ਦੂਸਰੀ ਗੱਲ ਸੁਣਾਈ, ਨਹੀਂ, ਉਹਨੂੰ ਰੋਜ਼ ਗਿਆਨ ਦੀ ਸੀੜੀ ਜਿਹੜੀ ਹੈ ਉਹਦਾ ਇੱਕ ਇੱਕ ਸਟੈਪ ਸੁਣਾਉਣਗੇ। ਉਹਦੇ ਨਾਲ ਨਾਲ ਉਹ ਪੱਕਾ ਕਰਨ ਵਾਸਤੇ ਉਹਨੂੰ ਮੈਡੀਟੇਸ਼ਨ ਵੀ ਕਰਾਉਣਗੇ ਔਰ ਫਿਰ ਉਹਦੇ ਨਾਲ ਉਹਨੂੰ ਪਰਹੇਜ਼ ਵੀ ਦੱਸਣਗੇ ਤਾਂ ਕਿ ਉਹ ਜੋ ਤੁਸੀਂ ਸੁਣਾ ਰਹੇ ਹੋ ਉਹਨਾਂ ਨੂੰ ਅੱਛੀ ਤਰ੍ਹਾਂ ਸਮਝ ਵੀ ਆਏ ਔਰ ਉਹਨਾਂ ਨੂੰ ਉਹਦਾ ਸੁੱਖ ਵੀ ਮਿਲੇ। ਔਰ ਫਿਰ ਇਸ ਤੋਂ ਬਾਅਦ ਜਦੋਂ ਉਹ ਖੁਦ ਸੋਚਣਗੇ ਕਿ ਮੈਨੂੰ ਇਤਨਾ ਫਾਇਦਾ ਹੋ ਰਿਹਾ ਹੀ ਤਾਂ ਮੇਰੇ ਹੋਰ ਭਾਈ ਭੈਣ ਹੈਗੇ, ਘਰ ਵਾਲੇ ਹੈਗੇ ਆ, ਮੇਰੇ ਯਾਰ ਦੋਸਤ ਹੈਗੇ ਆ, ਮੇਰੇ ਗਾਉਂ ਵਾਲੇ ਹੈਗੇ ਆ, ਉਹਨਾਂ ਨੂੰ ਵੀ ਮੈਂ ਇਹ ਗੱਲਾਂ ਦੱਸਾਂ। ਲੇਕਿਨ ਉਹ ਕਿਉਂਕਿ ਨਏ ਅਜੇ ਸਿੱਖਿਆ ਹੀ ਉਹਨਾਂ ਨੇ, ਤਾਂ ਉਹਨਾਂ ਦਾ ਫਰਜ਼ ਹੈ ਕਿ ਉਹ ਆਪਣਾ ਅਨੁਭਵ ਕਿਸੇ ਨੂੰ ਬੜੇ ਪਿਆਰ ਨਾਲ ਦੱਸ ਕੇ ਉਹਨਾਂ ਦੀ ਸੇਵਾ ਕਰਨ ਦੇ ਖਿਆਲ ਨਾਲ ਉਹਨਾਂ ਨੂੰ ਸੈਂਟਰ ਦਾ ਐਡਰੈਸ ਦੇਣ। ਇਹ ਨਹੀਂ ਕਿ ਉਹ ਬੈਠ ਕੇ ਉਹਨਾਂ ਦਾ ਟੀਚਰ ਬਣ ਕੇ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨ। ਨਏ ਸਟੂਡੈਂਟ ਜਿਹੜੇ ਆ ਉਹਨਾਂ ਵਾਸਤੇ ਇਹ ਮੁਸ਼ਕਿਲ ਆ ਜਾਏਗੀ ਔਰ ਲੋਕ ਹੋਰ ਹੀ ਉਲਟਾ ਕਿਤੇ ਹੱਸੀ ਨਾ ਉਡਾਉਣ ਉਹਨਾਂ ਦੀ, ਇਹਦਾ ਧਿਆਨ ਰੱਖੀਦਾ ਜੀ। ਬਿਲਕੁਲ। ਹਾਂਜੀ। ਤਾਂ ਭਾਜੀ, ਇਹ ਬ੍ਰਾਹਮਣ ਜੀਵਨ ਦਾ ਜਿਹੜਾ ਮੈਂ ਤੁਹਾਡੇ ਕੋਲੇ ਪ੍ਰਸ਼ਨ ਰੱਖਿਆ ਤਾਂ ਕਿ ਲਕਸ਼ਯ ਤੇ ਲਕਸ਼ਯ ਤੇ ਫਾਊਂਡੇਸ਼ਨ, ਇਹ ਦੋਨੋਂ ਅਲੱਗ-ਅਲੱਗ ਹੈ? फाउंडेशन है धारणा, अच्छा। लक्ष्य है प्राप्ति जी। तो फाउंडेशन मजबूत होएगा ताई तो इमारत अच्छी बनेगी। बिल्कुल। और इमारत अच्छी बनेगी तो ਤੁਹਾਨੂੰ ਸੁੱਖ ਜ਼ਿਆਦਾ ਮਿਲੇਗਾ। ਹੁਣ ਇਹ ਬੜੀ ਸਹਿਜ ਜਿਹੀਆਂ ਗੱਲਾਂ ਤੁਹਾਨੂੰ ਦੱਸੀ ਦੀਆਂ ਹੀ, ਲੇਕਿਨ ਇਹਨਾਂ 'ਚ ਬੜੀ ਗਹਿਰਾਈ ਹੈ। ਥੋੜ੍ਹਾ ਇਕੱਲੇ ਬੈਠ ਕਰਕੇ ਵਿਚਾਰ ਕਰਨਾ ਚਾਹੀਦਾ। ਸਰੀਰ 'ਚ ਹੁੰਦਿਆਂ ਹੋਇਆਂ ਵੀ ਅਸੀਂ ਆਤਮਾ ਕਿਸ ਤਰ੍ਹਾਂ ਆਪਣੇ ਸੱਚੇ ਸੁਧਰਮ 'ਚ ਆਪਣੇ ਮਨ ਨੂੰ ਲਗਾ ਸਕਦੇ ਹਾਂ। ਥੋੜ੍ਹਾ ਥੋੜ੍ਹਾ ਆਹਿਸਤਾ ਆਹਿਸਤਾ ਮਨ 'ਚ ਸੋਚੋ, ਮੈਂ ਆਤਮਾ शांत स्वरूप है, शांत स्वरूप है, शांत स्वरूप है। ਤੇ ਤੁਹਾਨੂੰ ਸ਼ਾਂਤੀ ਦਾ ਪਤਾ ਲੱਗੇ ਕਿ ਸ਼ਾਂਤੀ ਪੋਜ਼ਿਟਿਵ, ਜਿਹਨੂੰ ਪੋਜ਼ਿਟਿਵ ਸ਼ਾਂਤੀ ਕਿਹਾ ਜਾਂਦਾ ਹੈ,
ਉਹ ਹੁੰਦੀ ਕੀ ਹੈ, ਉਹਦੇ 'ਚ ਕਿਤਨਾ ਸੁੱਖ ਹੈ, ਮਨ ਨੂੰ ਕਿਤਨਾ ਰਿਲੈਕਸ ਕਰ ਦਿੰਦੀ ਆ ਉਹ। ਹੋਰ ਗੱਲਾਂ ਨੂੰ ਛੱਡ ਕੇ ਆਪਣੇ ਸੱਚੇ ਸੁਧਰਮ ਦੀ ਤਰਫ ਮਨ ਲਗਾਓ ਅਤੇ ਸੁਧਰਮ ਤੁਹਾਨੂੰ ਸੁੱਖ ਦੇਗਾ। ਇਹ ਮੇਰਾ ਵਿਸ਼ੇਸ਼ ਸਭ ਨੂੰ क्या कहिए, संदेश तो नहीं कहांगा, नम्र निवेदन है बस। ओम शांति।